A day in the life of a celebrity's son. You know, ਸਿਉਨੇ ਰੰਗੇ ਚਮਚੇ ਇਹਨਾਂ ਦੇ ਮੂੰਹ 'ਚ ਹੁੰਦੇ ਆ। ਗੱਲ ਦੱਸਣ ਦਾ ਮੋਟਿਵ ਇਹ ਹੈ ਕਿ ਯੂਜੂਅਲੀ ਸਾਰਿਆਂ ਨੂੰ ਲੱਗਦਾ ਕਿ ਸੈਲੀਬ੍ਰਿਟੀ ਸਨਸ ਨੂੰ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਬਟ ਇਹੀ ਨੋਸ਼ਨ ਤੋੜਨ ਵਾਸਤੇ ਅੱਜ ਮੇਰਾ ਇਹ ਟੌਪਿਕ ਹੈ। ਦ ਰੀਜ਼ਨ ਵਾਈ ਆਮ ਟਾਕਿੰਗ ਟੂ ਯੂ ਆਲ ਕਿ ਜਦੋਂ ਤੁਸੀਂ ਦੁਨੀਆ ਤੋਂ ਅਲੱਗ ਗੱਲ ਕਰੋ, ਦੁਨੀਆ ਤੁਹਾਨੂੰ ਅਲੱਗ ਹੀ ਕਰਾਰ ਦੇ ਦਿੰਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਮੈਨੂੰ ਸਰਦੂਲ ਸਿਕੰਦਰ ਦੇ ਮੁੰਡੇ ਚੋਂ ਬਾਹਰ ਆ ਲੈਣ ਦਿਓ, ਕੁਝ ਆਪਣਾ ਵੀ ਕਰ ਲੈਣ ਦਿਓ। ਟਰਸਟ ਮੀ, ਆਈ ਐਮ ਨੋ ਡਿਫਰੈਂਟ ਦੈਨ ਯੂ। ਮੈਂ ਵੀ ਉਨਾ ਹੀ ਇਨਸਾਨ ਹਾਂ। ਮੈਂ ਕੋਈ ਸੋਨੇ ਦੀ ਬਣੀ ਰੋਟੀ ਨਹੀਂ ਖਾਂਦਾ ਹੈਗਾ, ਕੋਈ ਚਾਂਦੀ ਦੀ ਬਣੀ ਤੜਕੇ ਨਹੀਂ ਲਾਉਂਦੇ ਸਾਡੇ ਦਾਲ ਨੂੰ ਘਰੇ। ਆਈ ਐਮ ਐਜ਼ ਹਿਊਮਨ ਐਜ਼ ਯੂ ਗਾਈਜ਼ ਆਰ। ਐਜ਼ ਯੂ ਆਲ ਨੋ ਕਿ ਅਕਲ ਬਦਾਮ ਖਾ ਕੇ ਨਹੀਂ, ਧੱਕੇ ਖਾ ਕੇ ਆਉਂਦੀ ਹੈ। ਸੋ ਪਿਓ ਨਹੀਂ ਹੁੰਦਾ ਨਾ ਸਿਰ ਤੇ, ਤਾਂ ਛੱਤ ਚਲੀ ਜਾਂਦੀ ਹੈ। ਜਿਵੇਂ ਛੱਤ ਨਹੀਂ ਤੁਹਾਡੇ ਸਿਰ ਤੇ, ਏਦਾਂ ਹੀ ਹੁੰਦਾ। ਮੇਰਾ ਨਾਮ ਅਲਾਪ ਸਿਕੰਦਰ ਹੈ ਜੀ। ਮੇਰਾ ਜਨਮ No, not that. I guess you all know, not all, but most of you know where I come from. जिन्हां नूं नहीं पता, मेरी खुशकिस्मती है, बड़ी मान वाली गल है मेरे वास्ते दसदे हुए that I am the blessed son of Sardul Sikandar साहब and Amar Noori जी, और thank you so much for this. ਇਹ ਕਹਿਣ ਵਾਲੀ ਬਹੁਤ ਗੱਲਾਂ obvious ਹੋ ਜਾਂਦੀਆਂ। That makes a lot of sense when you get to know that I come from such a family, and so many stereotypical things kind of come in your head. Main problem ਕੀ ਆ ਅੱਜ ਦਾ ਮੇਰਾ ਟੌਪਿਕ? ਕੋਈ ਜ਼ਿਆਦਾ ਆਪਣੀ ਲਾਈਫ ਤੇ ਬੇਸਡ ਨਹੀਂ ਹੈਗਾ। I'm not going to tell you ਮੇਰੀ ਜੀਵਨੀ ਕੀ ਸੀਗੀ, ਕਿਉਂਕਿ I guess most of my life is kind of already understood by most people. ਅੱਜ ਦਾ ਮੇਰਾ ਟੌਪਿਕ ਇਹ ਆ ਕਿ a day in the life of a celebrity's son. My main topic and my main reason to come here and talk about the topic that I'm talking about, ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ, mom dad ਨੇ ਬਹੁਤ ਮਿਹਨਤਾਂ ਕੀਤੀਆਂ। They've done their part in the industry and they're big legends. We all are aware of that. So ਮੁੱਕਦੀ ਗੱਲ ਇਹ ਹੈ ਕਿ there has been a stereotype for every celebrity son ਦੀ ਲਾਈਫ, particular ਸਿਉਨੇ ਰੰਗੇ ਚਮਚੇ ਇਹਨਾਂ ਦੇ ਮੂੰਹ 'ਚ ਹੁੰਦੇ ਆ ਤੇ they're spoiled brats, or they have so much luxury around them that ਕਿਸੇ ਆਮ ਇਨਸਾਨ ਨੂੰ ਆਮ ਇਨਸਾਨ ਮੰਨਦੇ ਨਹੀਂ। ਬਟ ਇਹੀ ਨੋਸ਼ਨ ਤੋੜਨ ਵਾਸਤੇ ਅੱਜ ਮੇਰਾ ਇਹ ਟੌਪਿਕ ਹੈ। ਦ ਰੀਜ਼ਨ ਵਾਈ ਆਮ ਟਾਕਿੰਗ ਟੂ ਯੂ ਆਲ, I had a very good, rather blessed childhood, born in a family full of music, full of secularism, full of liberalism, full of independence. ਹਰ ਇੱਕ ਜਗ੍ਹਾ ਦੇ ਉੱਤੇ ਸਾਨੂੰ ਸਾਡੇ ਪੇਰੈਂਟਸ ਨੇ ਐਕਸਪੋਜ਼ਰ ਦਿੱਤਾ ਲਿਜਾ ਕੇ। I was born in an era where ਬਹੁਤ ਖੂਬਸੂਰਤ ਮਿਊਜ਼ਿਕ ਆ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਬਹੁਤ ਖੂਬਸੂਰਤ ਫਿਲਮਾਂ ਆ ਰਹੀਆਂ ਸੀ ਇੰਡਸਟਰੀ 'ਚ, ਔਰ ਬਹੁਤ ਨਵੀਂ ਟੈਕਨੋਲੋਜੀਜ਼ ਇਜਾਦ ਹੋ ਰਹੀਆਂ ਸੀਗੀਆਂ। these things were actually being invented. So I was blessed enough that I was traveling from the very get-go of my life. 96 was the first time when I was a year and a half when I traveled to North America, the continent, Canada and America. I still remember Nakhra 96 tour siga, and mom dad were the performers of that tour. And then obviously there was no looking back. I had traveled all over the world with my parents, and ਉਹ ਚੀਜ਼ ਇੱਕ ਬਹੁਤ ਵੱਡੀ blessing ਹੈ, because once you have so much exposure in life, ਜਦੋਂ ਤੁਸੀਂ ਇੰਨਾ ਜ਼ਿਆਦਾ ਕਲਚਰਸ ਨੂੰ ਐਕਸਪੀਰੀਅੰਸ ਕਰ ਲੈਂਦੇ ਹੋ, ਲੋਕਾਂ ਨਾਲ ਗੱਲ ਕਰਦੇ ਹੋ, ਅਲੱਗ-ਅਲੱਗ ਮਾਈਂਡ ਸੈਟਸ ਨਾਲ ਗੱਲ ਕਰਦੇ ਹੋ, ਅਲੱਗ-ਅਲੱਗ ਆਈਡੀਓਲੋਜੀਜ਼ ਸਮਝਦੇ ਹੋ, ਅਲੱਗ-ਅਲੱਗ ਲਾਈਫ ਸਟਾਈਲਸ ਦੀਆਂ ਅਪਰੋਚਸ ਨੂੰ ਤੁਸੀਂ ਦੇਖਦੇ ਹੋ, what happens basically is you start becoming more accepting. ਤੁਸੀਂ ਰਿਜਿਡ ਨਹੀਂ ਰਹਿੰਦੇ, ਤੁਸੀਂ ਦ੍ਰਿੜ ਨਹੀਂ ਰਹਿੰਦੇ ਇਸ ਗੱਲ ਤੇ ਕਿ ਨਹੀਂ ਮੇਰਾ ਕਲਚਰ ਇਹੀ ਕਰਦਾ ਹੈ ਤੇ ਜੇ ਕਿਸੇ ਹੋਰ ਦਾ ਕਲਚਰ ਇਸ ਤਰੀਕੇ ਨੂੰ ਇਦਾਂ ਕਰਦਾ ਇਹ ਗਲਤ ਹੈ। You don't really stay that way, because ਤੁਹਾਨੂੰ ਸਮਝ ਆ ਜਾਂਦਾ ਕਿ ਯਾਰ ਜੇ ਮੇਰੇ ਕਲਚਰ ਦੀ ਹਿਸਟਰੀ ਹੈ, ਜੇ ਮੇਰੇ ਦੇਸ਼ ਦੇ ਵਿੱਚ, ਮੇਰੇ ਪਰਿਵਾਰ ਦੇ ਵਿੱਚ ਜਾਂ ਮੇਰੇ ਮੁਹੱਲੇ 'ਚ, ਮੇਰੇ ਮੁਆਸ਼ਰੇ 'ਚ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ, that means ਦੂਸਰੇ ਪਾਸੇ ਕਿਸੇ ਹੋਰ ਕੰਟਰੀ 'ਚ, ਕਿਸੇ ਹੋਰ ਮੁਹੱਲੇ 'ਚ, ਕਿਸੇ ਹੋਰ ਮੁਆਸ਼ਰੇ 'ਚ, ਕਿਸੇ ਹੋਰ ਖਾਨਦਾਨ 'ਚ ਇਹ ਚੀਜ਼ਾਂ ਨੂੰ ਡਿਫਰੈਂਟਲੀ ਕੀਤਾ ਜਾਂਦਾ। ਬਟ that doesn't mean it's wrong. ਇਹ ਵੀ ਗਲਤ, ਮਤਲਬ ਉਹ ਵੀ ਗਲਤ ਨਹੀਂ ਹੈ ਤੇ ਅਸੀਂ ਵੀ ਗਲਤ ਨਹੀਂ ਹੈ। It's just that everybody has their own way. Culturally accepting ਹੋਇਆ ਬਚਪਨ ਤੋਂ। I was given a lot of exposure to good music. Obviously, that's pretty obvious. Had a really good childhood in terms of schooling. There's a very dark part of my life ਮੈਂ ਜਿਹੜਾ ਅੱਜ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ। ਇੱਕ certain point ਤੇ ਆ ਕੇ I was an athlete, by the way. ਮੈਂ ਬਹੁਤ least interested ਸੀਗਾ ਮਿਊਜ਼ਿਕ ਦੇ ਵਿੱਚ till a very specific part in my life. So just want to share that with you. I was a soccer player, football ਖੇਡਦਾ ਸੀਗਾ, and
ਬਿਗ ਅਚੀਵਮੈਂਟ ਫॉर ਮੀ ਕਿ ਅਸੀਂ 3 ਸਾਲ ਗੋਲ ਨਹੀਂ ਹੋਣ ਦਿੱਤਾ ਸੀ ਆਪਣੇ ਵਾਲੇ ਪਾਸੇ, ਸੋ ਆਈ ਵਾਸ ਅ ਗੁੱਡ ਡਿਫੈਂਡਰ। ਤੇ ਕਿਸੇ ਨੂੰ ਖੁੰਦਕ ਸੀ, ਕਿਸੇ ਨੂੰ ਸਕੂਲ ਦੇ ਵਿੱਚ ਖੁੰਦਕ ਸੀ, ਸਹੌਦਿਆ ਫੈਸਟ ਹੋਇਆ, ਸਪੋਰਟਸ ਮੀਟ ਹੋਈਆਂ, ਤੇ ਮੁੰਡੇ ਨੇ ਆ ਕੇ ਸਲਾਈਡ ਕਰਕੇ ਮੇਰੀ ਲੈਫਟ ਨੀ ਦੇ ਉੱਤੇ ਹਿੱਟ ਕੀਤਾ, ਮੇਰਾ ਲਿਗਾਮੈਂਟ ਟੁੱਟ ਗਿਆ। ਵਾਸ ਇਨ ਬੈਡ ਰੈਸਟ ਫॉर ਆਲਮੋਸਟ ਗੁੱਡ 6 months। ਸੋ ਸਟੱਡੀ ਇਫੈਕਟ ਹੋਈ, ਲਾਈਫ ਇਫੈਕਟ ਹੋਈ, ਹੌਲੀ ਹੌਲੀ ਕੇਮ ਆਊਟ ਆਫ ਦੈਟ, ਹੌਲੀ ਹੌਲੀ ਬਾਹਰ ਨਿਕਲੇ ਉਸ ਚੀਜ਼ ਚੋਂ। ਐਂਡ ਦੈਨ you gain a lot of weight and then you feel very inconfident, unlike Shivani, like people like her give us inspiration that no matter what shape or size are you still live your life king size or queen size. But I was not aware of that ਉਸ time ਤੇ ਮੈਂ ਬਹੁਤ ਜ਼ਿਆਦਾ ਡਰਿਆ ਹੋਇਆ ਸੀਗਾ ਕਿ what to do with my life, where to go, so inconfident, so lost in my life, started getting bullied in my own school। ਜਿਸ ਸਕੂਲ ਤੇ ਮੈਨੂੰ ਇੰਨਾ ਕੌਨਫੀਡੈਂਸ ਸੀ, ਜਿਨ੍ਹਾਂ ਦੋਸਤਾਂ ਤੇ ਇੰਨਾ ਕੌਨਫੀਡੈਂਸ ਸੀ ਕਿ ਨਹੀਂ ਯਾਰ ਆਈਵ ਬੀਨ ਸਟੱਡਿੰਗ ਆਲ ਮਾਈ ਲਾਈਫ ਵਿਦ ਥੀਸ ਕਿਡਸ ਔਰ ਨੀਅਰਲੀ ਹਾਫ ਮਾਈ ਲਾਈਫ, ਤੇ ਆਈ ਸ਼ੁੱਡ ਬੀ ਕੰਫਰਟੇਬਲ ਅਰਾਊਂਡ ਦੈਮ। ਸਟਾਰਟਿੰਗ ਗੈਟਿੰਗ ਬੁਲੀਡ, ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ। ਦੈਨ ਕੌਨਫੀਡੈਂਸ ਘਟਿਆ ਬਹੁਤ ਜ਼ਿਆਦਾ, ਸਰਪ੍ਰਾਈਜ਼ਿੰਗਲੀ ਇਨਫ, ਬੀਇੰਗ ਸਰਦੂਲ ਸਿਕੰਦਰ ਐਂਡ ਅਮਰ ਨੂਰੀ ਸਨ, ਮੇਰਾ ਕੌਨਫੀਡੈਂਸ ਘਟਿਆ। ਤੇ ਉਸ ਤੋਂ ਬਾਅਦ repeatedly I was getting pushed down by people around me, became a very shy kid, was scared to talk to girls, had long hair, had a chubby body, didn't know how to react, how to have a fashion sense, how to talk, how to sit, ਕੁਛ ਨਹੀਂ ਪਤਾ ਸੀਗਾ, was very clueless। ਕਿਉਂਕਿ ਇਹ ਸਿਖਲਾਈ ਤੁਹਾਨੂੰ ਉਦੋਂ ਮਿਲਦੀ ਹੈ ਜਦੋਂ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਐਕਸੈਪਟ ਕਰਦੇ ਹਨ, ਔਰ ਐਕਸੈਪਟੈਂਸ ਵਧਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਮਤਲਬ ਚੀਜ਼ਾਂ ਉਹਨਾਂ ਦੇ ਤਰੀਕੇ ਨਾਲ ਕਰਦੇ ਹੋ। when other people tell you what to do, when you start doing things that way, other people start appreciating you। ਮੋਸਟਲੀ ਜਦੋਂ ਤੁਸੀਂ ਕਿਸੇ ਦੇ ਤੌਰ ਤਰੀਕਿਆਂ ਤੋਂ ਅਲੱਗ ਗੱਲ ਕਰਦੇ ਹੋ, a lot of people don't relate to you। I'm sure ਜਿੰਨੇ ਇੱਥੇ ਬੈਠੇ ਆ ਸਾਰੇ ਇਸ ਗੱਲ ਨਾਲ ਰਿਲੇਟ ਕਰਦੇ ਆ ਕਿ ਜਦੋਂ ਤੁਸੀਂ ਦੁਨੀਆ ਤੋਂ ਅਲੱਗ ਗੱਲ ਕਰੋ, ਦੁਨੀਆ ਤੁਹਾਨੂੰ ਅਲੱਗ ਹੀ ਕਰਾਰ ਦੇ ਦਿੰਦੀ ਹੈ। ਸੋ at a very young age of my life, 17, got asked out by a girl। ਪਹਿਲੀ ਵਾਰ ਕਿਸੇ ਕੁੜੀ ਨੇ ਮੈਨੂੰ ਪ੍ਰਪੋਜ਼ ਕੀਤਾ to be her boyfriend। ਮੇਰੇ ਤਾਂ ਹਵਾਈਆਂ ਉੱਡ ਗਈਆਂ। I was like, seriously, somebody can actually be attracted to me? So yeah, I said yes, obviously. Why wouldn't I? But then things happened, didn't work out। She left in a way that oh, I found somebody better than you, kind of hit me very hard। By that time I was 18। ਮੰਮਾ ਨੂੰ ਕਿਹਾ, ਬਿਕਾਜ਼ ਐਕਸਪੋਜ਼ਰ ਇੰਨਾ ਮਿਲ ਚੁੱਕਿਆ ਸੀ ਲਾਈਫ ਦੇ ਵਿੱਚ, ਬਲੈਸਿੰਗ ਐਡੀ ਵੱਡੀ ਸੀ ਕਿ ਟਰੈਵਲ ਕਰ ਚੁੱਕਿਆ ਸੀ ਸਾਰੀ ਦੁਨੀਆ ਤੇ। ਮੰਮਾ ਨੂੰ ਕਿਹਾ, ਮੰਮਾ ਮੈਂ ਹੁਣ ਇਸ ਸ਼ਹਿਰ 'ਚ ਨਹੀਂ ਰਹਿਣਾ। ਬੜਾ ਫਿਲਮੀ ਜਿਹੇ ਤਰੀਕੇ ਨਾਲ ਕਹਿੰਦੇ, ਕੀ ਹੋ ਗਿਆ ਤੈਨੂੰ? I just don't want to live in the same place as some people around me। Okay, moved out। ਉਦੋਂ ਤੱਕ ਸਾਡੀ ਕੈਨੇਡਾ ਦੀ PR ਹੋ ਚੁੱਕੀ ਸੀਗੀ, ਤੇ 2011-12 ਦੇ ਵਿੱਚ I moved out of my house ਇਕੱਲਾ। ਮੌਮ ਨੇ ਡਿਸਾਈਡ ਕੀਤਾ ਮੈਂ ਨਾਲ ਜਾਊਂਗੀ। ਜਿਸ ਜਗ੍ਹਾ ਨੇ, ਜਿਸ ਡਿਸੀਜਨ ਨੇ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਮੈਨੂੰ ਟਰਨਿੰਗ ਪੁਆਇੰਟ ਦਿੱਤਾ। ਅੱਜ ਆਪਾਂ ਇੱਕ ਬਹੁਤ ਵੱਡੇ ਐਜੂਕੇਸ਼ਨਲ ਸੈਂਟਰ 'ਚ ਬੈਠੇ ਹਾਂ, ਇਸ ਕਰਕੇ ਮੈਂ ਐਜੂਕੇਸ਼ਨ ਬੇਸਡ ਥੋੜ੍ਹੀ ਜਿਹੀ ਇਸ ਕਨਵਰਸੇਸ਼ਨ ਉੱਧਰ ਨੂੰ ਮੋੜ ਰਿਹਾ ਕਿ I got selected in the Metalworks Institute of Sound and Music Production। ਮੇਰਾ ਕੋਈ ਰਿਲੇਸ਼ਨਸ਼ਿਪ ਨਹੀਂ ਸੀਗਾ ਆਡੀਓ ਇੰਜੀਨੀਅਰਿੰਗ ਦੇ ਨਾਲ। I had no idea what it is all about, because usually ਮੈਂ ਜਦੋਂ ਆਪਣੇ ਫਾਦਰ ਜਾਂ ਮਦਰ ਨੂੰ ਦੇਖਿਆ, I was usually on the other end of the conversation, ਜਾਂ ਤਾਂ ਕੈਮਰੇ ਦੇ ਮੂਹਰੇ, ਜਾਂ ਤਾਂ ਮਾਈਕ ਦੇ ਮੂਹਰੇ, ਜਾਂ ਸਟੇਜ ਦੇ ਉੱਤੇ। I had till that point never experienced being an audience in a concert। ਨਾ ਮੈਨੂੰ ਇਹ ਪਤਾ ਸੀ ਕੈਮਰੇ ਦੇ ਪਿੱਛੇ ਐਕਚੁਅਲ 'ਚ ਰੋਲਸ ਕੀ ਹੁੰਦੇ ਨੇ ਲੋਕਾਂ ਦੇ, ਨਾ ਮੈਨੂੰ ਇਹ ਪਤਾ ਸੀ ਕਿ ਸਟੂਡੀਓਜ਼ ਦੇ ਵਿੱਚ ਆਡੀਓ ਇੰਜੀਨੀਅਰਸ, ਮਿਊਜ਼ਿਕ ਪ੍ਰੋਡਿਊਸਰਸ ਕੀ ਕਰਦੇ ਆ। By that time when I got accepted, ਤੁਹਾਨੂੰ ਮੈਂ ਅੱਜ ਗੱਲ ਦੱਸਣ ਲੱਗਿਆ, ਇਹ ਨਹੀਂ ਕਿ ਮੈਂ ਆਪਣੇ ਐਜੂਕੇਸ਼ਨ ਸਿਸਟਮ ਨੂੰ ਨਿੰਦ ਰਿਹਾ, ਇਹੀ ਕਿ ਆਪਾਂ ਬਾਰ-ਬਾਰ ਜਿਹੜੇ ਕਹਿੰਦੇ ਰਹਿੰਦੇ ਨਾ ਸਾਡੀ ਬੇਸਿਕ ਸੋਸਾਇਟੀ ਦੇ ਵਿੱਚ ਕਿ ਉਹ ਯਾਰ ਗੋਰੇ ਗੋਰੇ ਹੀ ਉਹਨਾਂ ਦੀ ਕਮਾਲ ਹੈ। ਸੋ ਉਹ ਕਮਾਲ ਦੀ ਗੱਲ ਦੱਸਦਾ। ਐਡੀ ਵੱਡੀ ਯੂਨੀਵਰਸਿਟੀ 'ਚ ਬੈਠਾ, ਹੋਰ ਵੀ ਯੂਨੀਵਰਸਿਟੀ ਦੇ ਵਿੱਚ ਐਂਟਰੈਂਸ ਲੈਣੀ ਹੋਵੇ, ਦਾਖਲਾ ਲੈਣਾ ਹੋਵੇ, ਆਈ ਐਮ ਸ਼ੋਰ ਯੂ ਗਾਈਜ਼ ਕੈਨ ਰਿਲੇਟ। ਕਿੰਨੇ % ਮਾਰਕਸ ਆਏ ਸੀ? ਫਾਰਮ ਦੇ ਵਿੱਚ ਲਿਖਿਆ ਹੁੰਦਾ ਐਂਟਰੈਂਸ ਫਾਰਮ 'ਚ। ਅੱਛਾ, ਤੁਹਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕੀ ਸੀਗੀਆਂ, ਤੁਹਾਡੇ ਕਿਹਦੇ ਵਿੱਚ ਕਿੰਨੇ ਸਕੋਰਸ ਆਏ ਸੀਗੇ, ਤੁਸੀਂ ਮਤਲਬ ਇਟਸ ਆਲ ਅਬਾਊਟ ਹਾਊ ਮਚ ਯੂ ਸਕੋਰਡ ਥਿਓਰੈਟਿਕਲੀ ਇਨ ਯੋਰ ਸਟੱਡੀਜ਼। ਮੈਟਲਵਰਕਸ ਇੰਸਟੀਟਿਊਟ, ਉਹਦਾ ਐਂਟਰੈਂਸ ਫਾਰਮ 'ਚ ਪਤਾ ਕੀ ਲਿਖਿਆ ਸੀ? ਤੁਸੀਂ ਕਿਹੜੇ ਆਰਟਿਸਟ ਨੂੰ ਸੁਣਦੇ ਹੋ, ਤੁਹਾਡਾ ਕਿਹੜਾ ਜਨਰ ਸਭ ਤੋਂ ਜ਼ਿਆਦਾ ਫੇਵਰੇਟ ਹੈ, ਤੁਹਾਨੂੰ ਪਰਸਨਲੀ ਜ਼ਿਆਦਾ ਆਡੀਓ ਇੰਜੀਨੀਅਰਿੰਗ ਚੰਗੀ ਲੱਗਦੀ ਹੈ, ਡੂ ਯੂ ਵਾਂਟ ਟੂ ਬਿਕਮ ਅ ਪਰਫਾਰਮਰ? ਜੇ ਪਰਫਾਰਮਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੇ ਜਨਰ? ਇੱਦਾਂ ਦਾ ਐਂਟਰੈਂਸ ਫਾਰਮ ਦੇਖ ਕੇ ਇੱਕ ਤਾਂ ਇਮੋਸ਼ਨਲ ਹੋਇਆ ਮੈਂ ਕਿ ਐਕਚੁਅਲੀ ਪੀਪਲ ਕੇਅਰ ਅਬਾਊਟ ਦ ਥਿੰਗਸ ਦੈਟ ਯੂ ਕੇਅਰ ਅਬਾਊਟ। ਫਾਰਮ ਭਰਤਾ ਜੀ, ਮੇਰੇ ਕੋਲ ਵਰਡਸ ਪੂਰੇ ਨਹੀਂ ਹੋ ਰਹੇ ਸੀਗੇ, ਬਟ ਆਖਿਰਕਾਰ ਫਾਰਮ ਭਰਿਆ ਤੇ ਭੇਜਿਆ, ਗॉट ਸਿਲੈਕਟਡ।
went there ਔਰ ਇੱਥੇ ਬਹੁਤ ਵੱਡਾ ਟਰਨਿੰਗ ਪੁਆਇੰਟ ਸੀਗਾ ਜਿਹੜਾ ਇੱਕ ਸਟੀਰੀਓਟਾਈਪ ਬਣਿਆ ਹੁੰਦਾ ਨਾ ਆਪਣਾ ਇੱਕ ਤਾਂ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਵਨਸ ਐਵਰੀਬਡੀ ਹੈਜ਼ ਅ ਸਟੀਰੀਓਟਾਈਪ ਫॉर ਐਵਰੀਬਡੀ ਕਿ ਜਿਵੇਂ ਮੈਂ ਆਪਣੀ ਗੱਲ ਕਰ ਰਿਹਾ ਸੀ ਸੈਲੇਬ੍ਰਿਟੀ ਸਨਸ ਦਾ ਬਹੁਤ ਇੱਕ ਵੱਡਾ ਜਾਂ ਸੈਲੇਬ੍ਰਿਟੀ ਕਿਡਸ ਦਾ ਬਹੁਤ ਵੱਡਾ ਨੋਸ਼ਨ ਹੁੰਦਾ ਯਾਰ ਇਹ ਤਾਂ ਮਰਸੀਡੀਜ਼ ਤੋਂ ਥੱਲੇ ਨਹੀਂ ਉਤਰਦੇ ਇਹ ਤਾਂ ਸਕੂਲ ਵੀ ਵੱਡਿਆਂ 'ਚ ਜਾਂਦੇ ਉੱਥੇ ਵੀ ਲਗਜ਼ਰੀ ਪੂਰਾ ਅੱਛਾ ਟ੍ਰੀਟਮੈਂਟ ਹੈ ਨਾ ਇੱਦਾਂ ਸੋ ਚਲੋ ਯਾ ਉਹ ਚੀਜ਼ਾਂ ਸੀਗੀਆਂ ਬਟ ਦੈਟ ਡਜ਼ਨਟ ਮੀਨ ਦੈਟ ਸਾਨੂੰ ਸਾਡੇ ਪੇਰੈਂਟਸ ਨੇ ਉਹ ਚੀਜ਼ਾਂ ਐਕਸਪੀਰੀਅੰਸ ਨਹੀਂ ਕਰਾਈਆਂ ਜੋ ਉਹਨਾਂ ਨੇ ਕੀਤੀਆਂ ਐਦਾਂ ਨਹੀਂ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਇਫ ਅ ਪਰਸਨ ਇਜ਼ ਸਕਸੈਸਫੁਲ ਤੁਸੀਂ ਸਾਰੇ ਇੱਥੇ ਸਕਸੈਸਫੁਲ ਬੰਦੇ ਬੈਠੇ ਹੋ ਮੈਂ ਨਹੀਂ ਗਾ ਹਲੇ ਬਟ ਯੂ ਗਾਈਜ਼ ਆਰ ਤਾਂ ਤੁਹਾਨੂੰ ਪਤਾ ਤੁਸੀਂ ਬਹੁਤ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਯੂ ਆਲ ਸਟਾਰਟਡ ਫਰਮ ਦ ਬਾਟਮ ਨਾਓ ਯੂ ਹੇਅਰ ਸੋ ਸਟਾਰਟਿੰਗ ਫਰਮ ਦ ਬਾਟਮ ਦੀ ਗੱਲ ਮੈਂ ਦੱਸਾਂ ਤਾਂ ਜਿਹੜਾ ਬੰਦਾ ਬਿਲਕੁਲ ਨੀਚੇ ਤੋਂ ਸ਼ੁਰੂ ਕਰਦਾ ਨਾ ਉਹ ਆਪਣੇ ਗਰਾਊਂਡ ਨੂੰ ਭੁੱਲਦਾ ਨਹੀਂ ਹੈ ਔਰ ਸਕਸੈਸਫੁਲ ਵੀ ਉਹੀ ਹੁੰਦਾ ਜਸਟ ਲਾਈਕ ਮਾਈ ਪੇਰੈਂਟਸ ਉਹਨਾਂ ਨੇ ਵੀ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਬਲੈਸਿੰਗ ਇਹ ਸੀਗੀ ਕਿ ਉਹਨਾਂ ਨੇ ਸਾਨੂੰ ਉਸ ਗਰਾਊਂਡ ਲੈਵਲ ਨਾਲ ਜੋੜ ਕੇ ਰੱਖਿਆ ਪੁਰਾਣੇ ਪਿੰਡਾਂ ਦੇ ਘਰਾਂ 'ਚ ਲੈ ਕੇ ਗਏ ਉੱਥੇ ਅਸੀਂ ਵੀ ਤੱਪੜ ਵਿਛਾ ਬਥੇਰਾ ਸੋਏ ਆ ਉੱਥੇ ਆਈ ਹੈਵ ਐਕਸਪੀਰੀਅੰਸਡ ਆਲ ਆਫ ਦੈਟ ਦੈਟ ਪਰਟੀਕੁਲਰ ਲਾਈਫ ਸਟਾਈਲ ਜਿਹੜਾ ਸਾਡੇ ਪੇਰੈਂਟਸ ਨੇ ਐਕਸਪੀਰੀਅੰਸ ਕੀਤਾ ਤੇ ਕਿਉਂਕਿ ਸਾਡੇ ਪੇਰੈਂਟਸ ਨੂੰ ਪਤਾ ਸੀ ਕਿ ਜਿੰਨਾ ਜ਼ਿਆਦਾ ਲਗਜ਼ਰੀ ਇਹਨਾਂ ਕੋਲ ਹੈ ਜਿੰਨੀ ਜ਼ਿਆਦਾ ਫੈਸਿਲਿਟੀਜ਼ ਇਹਨਾਂ ਕੋਲ ਨੇ ਜੰਮਦਿਆਂ ਨੂੰ ਏਸੀ ਮਿਲ ਗਏ ਜੰਮਦਿਆਂ ਨੂੰ ਕਾਰਾਂ ਮਿਲ ਗਈਆਂ ਤੇ even still to the point where I was 21 I was still being getting money from my dad and I was actually paying everything off with my dad and mom's money ਤੇ ਉਸ ਪੁਆਇੰਟ ਤੱਕ ਮੇਰੇ ਪੇਰੈਂਟਸ ਨੂੰ ਪਤਾ ਸੀਗਾ ਕਿ ਨਹੀਂ ਇੰਨੀ ਜ਼ਿਆਦਾ ਲਗਜ਼ਰੀ ਨਾਲ ਐਕਸਪੋਜ਼ਰ ਦੇਣ ਤੋਂ ਬਾਅਦ ਸਾਨੂੰ ਕੁਛ ਨਾ ਕੁਛ ਇਹਨਾਂ ਨੂੰ ਐਸਾ ਦਿਖਾਉਣਾ ਪੈਣਾ ਜਿੱਥੇ ਇਹਨਾਂ ਦਾ ਆ ਜਿਹੜਾ ਮੈਂਟਲ ਲੈਵਲ ਆ ਉਹ ਸਟੇਬਲ ਰਵੇ ਸ਼ੂਟ ਅਪ ਨਾ ਕਰ ਜੇ ਇਹ ਸੋਚ ਕੇ ਕਿ ਲੈ ਸਾਡੇ ਤੋਂ ਵੱਡਾ ਕੋਈ ਰਾਜਾ ਨਹੀਂ ਹੈਗਾ ਦੁਨੀਆ 'ਚ ਸੋ ਥੈਂਕਸ ਟੂ them obviously ਸੋ ਬਟ ਸਟਿਲ ਇੱਕ ਤੁਹਾਡੀ ਲਾਈਫ ਸਟਾਈਲ ਕੰਟੀਨਿਊ ਚੱਲਦੀ ਹੈ ਨਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਜਿਹੜਾ ਬੱਚਾ 4 ਵਜੇ ਸ਼ਾਮ ਨੂੰ ਉੱਠਦਾ ਸੀਗਾ ਫੋਨ ਕਰਦਾ ਸੀ ਬੈਲ ਮਾਰਦਾ ਸੀਗਾ ਕੁੱਕ ਉੱਥੇ ਖਾਣਾ ਦੇ ਜਾਂਦਾ ਸੀ ਉੱਥੇ ਹੀ ਪਾਣੀ ਆ ਜਾਂਦਾ ਸੀਗਾ ਉਹ ਬੱਚਾ ਹੁਣ ਸਵੇਰੇ 4 ਵਜੇ ਕੈਨੇਡਾ ਦੇ ਵਿੱਚ ਇੱਕ ਐਸੇ ਦੇਸ਼ ਦੇ ਵਿੱਚ ਔਰ ਐਸੇ ਇੰਸਟੀਟਿਊਟ ਦੇ ਵਿੱਚ ਜਿੱਥੇ ਕੱਲਾ ਪੰਜਾਬੀ ਔਰ ਕੱਲਾ ਇੰਡੀਅਨ ਆ ਉਹ ਬਰਫਾਂ 'ਚ ਧੱਕੇ ਖਾਦੇ ਜੋ ਸਟੂਡੈਂਟਸ ਕਰਦੇ ਆ ਉੱਥੇ ਦੇ ਔਰ ਬੱਸਾਂ ਲਿੱਤੀਆਂ ਸਵੇਰੇ 4 ਵਜੇ ਉੱਠ ਕੇ ਔਰ ਕੀਤੇ ਉਹ ਸਾਰੇ ਸਟਰਗਲਸ ਕੀਤੇ ਗੱਲ ਦੱਸਣ ਦਾ ਮੋਟਿਵ ਇਹ ਹੈ ਕਿ ਯੂਜੂਅਲੀ ਸਾਰਿਆਂ ਨੂੰ ਲੱਗਦਾ ਕਿ ਸੈਲੇਬ੍ਰਿਟੀ ਸਨਸ ਨੂੰ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ just going to talk about my struggles for the next 2-3 minutes did my struggles ਧੱਕੇ ਖਾਦੇ ਪ੍ਰੈਕਟਿਸਿਸ ਕੀਤੀਆਂ ਪੜ੍ਹਾਈਆਂ ਕੀਤੀਆਂ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਫੇਲੀਅਰਸ ਵੀ ਸਹੇ ਔਰ ਸਕਸੈਸ ਦੀ ਖੁਸ਼ੀ ਵੀ ਮਨਾਈ ਮੈਟਲ ਵਰਕਸ ਇੰਸਟੀਚਿਊਟ ਨੇ ਮੈਨੂੰ ਉਹ ਜ਼ਿੰਦਗੀ ਦਿੱਤੀ ਜਿਹੜੀ ਸ਼ਾਇਦ ਮੈਂ ਕਦੇ ਇੰਡੀਆ 'ਚ ਰਹਿ ਕੇ ਨਾ ਕਰ ਸਕਦਾ ਇੱਕ ਦਿਨ ਦੀ ਗੱਲ ਹੈ I was going to take my bus in the morning 4:30 ਵਜੇ ਹੋਈ ਸੀ ਸਵੇਰ ਦੇ ਔਰ -32 ਡਿਗਰੀ ਸੈਲਸੀਅਸ ਉਹਦਾ ਟੈਂਪਰੇਚਰ ਸੀਗਾ ਟੋਰਾਂਟੋ ਦੇ ਵਿੱਚ we were having a very bad snowstorm ਉਸ ਦਿਨ but nothing stops in that country so ਗਿਆ ਸਵੇਰੇ ਬੱਸ ਫੜੀ ਪਾਪਾ ਦਾ ਕਾਲ ਆ ਗਿਆ ਪਾਪਾ ਨੂੰ ਆਦਤ ਹੁੰਦੀ ਸੀਗੀ ਕਿ ਇਸ ਵਕਤ ਬੱਸ ਲੈ ਰਹੇ ਹੋ ਨਾ ਮੈਂ ਗੱਲ ਕਰਦਾ ਨਾ ਥੋੜਾ ਜਿਹਾ ਉਹਨੂੰ ਮਿਸ ਵੀ ਕਰਦੇ ਸੀਗੇ ਕਿਉਂਕਿ ਹੀ ਵਾਸ ਇਨ ਇੰਡੀਆ ਤੇ ਗੱਲ ਵੀ ਕਰਨਾ ਚਾਹੁੰਦੇ ਸੀਗੇ ਦੇਖਣਾ ਚਾਹੁੰਦੇ ਸੀ ਕੀ ਐਕਸਪੀਰੀਅੰਸ ਕਰ ਰਿਹਾ ਗੱਲ ਕਰਦੇ ਕਰਦੇ ਐਜ਼ ਯੂਜੂਅਲ ਪੈਰ ਤਿਲਕ ਗਿਆ ਬਰਫ਼ 'ਚ ਗਿਰ ਗਿਆ ਫੋਨ ਮੇਰਾ 10 ਪੀਸਿਸ ਦੇ ਵਿੱਚ ਅਲੱਗ-ਅਲੱਗ ਹੋ ਗਿਆ ਸਿਮ ਕਿਤੇ ਬੈਟਰੀ ਕਿਤੇ ਕਵਰ ਕਿਤੇ ਉਹ ਕਿਤੇ ਲੱਭ ਲੁੱਭ ਕੇ ਮਸਾਂ ਫਿਰ ਮੈਂ ਉਹਦਾ ਸਿਮ ਪਾਇਆ ਬੈਟਰੀ ਪਾਈ ਪੁੱਟ ਇਟ ਟੁਗੇਦਰ ਵੈਂਟ ਬੈਕ ਟੂ ਦ ਬੱਸ ਅੱਧੇ ਘੰਟੇ ਬਾਅਦ ਮੈਂ ਫੋਨ ਔਨ ਕੀਤਾ ਤਾਂ ਪਾਪਾ ਦਾ ਬਹੁਤ ਅਰਲੀ ਫੋਨ ਆ ਗਿਆ ਮਤਲਬ ਔਨ ਹੁੰਦੇ ਸਾਰੀ ਡੈਡ ਦਾ ਫੋਨ ਆ ਗਿਆ ਮੈਂ ਚੱਕਿਆ ਕੀ ਹੋਇਆ ਸੀ ਤੈਨੂੰ ਕਿੱਥੇ ਸੀ ਤੂੰ ਨਹੀਂ ਡੈਡ ਕੁਛ ਨਹੀਂ ਕੋਈ ਏਦਾਂ ਦੀ ਗੱਲ ਨਹੀਂ ਉਹ ਵੈਸੇ ਫੋਨ ਜਿਹਾ ਬੰਦ ਨਹੀਂ ਮੈਨੂੰ ਖੜਕਾ ਸੁਣਿਆ ਤੇਰੀ ਆਵਾਜ਼ ਸੁਣੀ ਹੈ ਤੇਰੀ ਚੀਕ ਵੀ ਸੁਣੀ ਮੈਨੂੰ ਥੋੜਾ ਜਿਹਾ ਫੀਲ ਹੋਇਆ ਵੀ ਤੈਨੂੰ ਕੁਛ ਪ੍ਰੋਬਲਮ ਹੋਈ ਹੈ ਤੂੰ ਠੀਕ ਹੈ ਤੂੰ ਗੱਡੀ ਗੁੱਡੀ ਤਾਂ ਨਹੀਂ ਵੱਜੀ ਮੈਂ ਕਿਹਾ ਨਹੀਂ ਡੈਡ ਕੁਛ ਨਹੀਂ ਹੋਇਆ ਮੈਂ ਬਰਫ਼ 'ਚ ਤਿਲਕ ਗਿਆ ਸੀਗਾ ਕੋਈ ਗੱਲ ਨਹੀਂ ਹੋ ਹੀ ਜਾਂਦਾ ਇੱਥੇ ਮੇਰਾ ਫੋਨ ਕੱਟਿਆ ਸੋ ਮਾਈ ਮਮ ਯੂਜ਼ਡ ਟੂ ਲਿਵ ਵਿਦ ਮੀ ਐਟ ਦੈਟ ਟਾਈਮ ਇਨ ਕੈਨੇਡਾ ਮੇਰੀ ਮਾਂ ਨੂੰ ਫੋਨ ਕਰ ਤੂੰ ਡੈਣ ਹੈ ਤੂੰ ਜ਼ਾਲਮ ਹੈ ਤੂੰ ਮੇਰੇ ਮੁੰਡੇ ਨੂੰ ਇੱਥੇ ਲਿਆਈ ਚੱਕ ਕੇ ਉਹਦਾ ਬੁਰਾ ਹਾਲ ਕਰਤਾ ਤੂੰ ਵਿਚਾਰੇ ਦਾ ਮੰਮਾ ਕਹਿੰਦੇ ਕਿਉਂ ਕੀ ਹੋ ਗਿਆ ਉਹ ਕਹਿੰਦੇ ਉਹ ਬਰਫ਼ 'ਚ ਗਿਰ ਗਿਆ ਵਿਚਾਰਾ ਉਹਦੇ 6 ਵਜੇ ਕਹਿੰਦੇ ਫਿਰ ਕੀ ਹੋ ਗਿਆ ਕਹਿੰਦੇ ਮੈਂ ਆਪਣੇ ਬੱਚੇ ਨੂੰ ਸਟਰਗਲ ਨਹੀਂ ਕਰਾਉਣੀ ਕਹਿੰਦੇ ਤੁਸੀਂ ਨਹੀਂ ਕੀਤੀ ਸੀ ਮੈਂ ਨਹੀਂ ਕੀਤੀ ਸੀ ਸਟਰਗਲ ਕਹਿੰਦੇ ਨਹੀਂ ਯਾਰ ਐਦਾਂ ਦੀ ਜ਼ਿੰਦਗੀ ਨਹੀਂ ਜੀਣੀ ਕਹਿੰਦੇ ਤੁਸੀਂ ਆਰਾਮ ਨਾਲ ਉਹਨੂੰ ਕੰਮ ਕਰਨ ਦਿਓ ਉਹ ਲਗਨ ਨਾਲ ਲੱਗਿਆ ਹੋਇਆ ਹੀ ਇਜ਼ ਐਕਚੁਅਲੀ ਲੁਕਿੰਗ ਫਾਰਵਰਡ ਟੂ ਦਿਸ ਮੰਮਾ ਦਾ ਫੋਨ ਕੱਟਿਆ ਵਾਪਸ ਮੈਨੂੰ ਫੋਨ ਲਾ ਲਿਆ ਟਿਪੀਕਲ ਲਵਿੰਗ ਫਾਦਰ ਬੇਟਾ ਤੂੰ ਵਾਪਸ ਆ ਜਾ ਮੈਂ ਤੈਨੂੰ AR ਰਹਿਮਾਨ ਕੋਲ ਭੇਜੂੰਗਾ ਮੈਂ ਤੈਨੂੰ ਇਸਮਾਈਲ ਦਰਬਾਰ ਕੋਲ ਭੇਜੂੰਗਾ ਬੇਟਾ ਤੇਰੀ ਆਪਣੀ ਗੱਡੀ ਹੋ ਬੰਬੇ 'ਚ ਤੇਰਾ ਆਪਣਾ ਫਲੈਟ ਹੋ ਯੂ ਵੁਡਨਟ ਹੈਵ ਟੂ ਡੂ ਆਲ ਥੀਸ ਸਟਰਗਲਸ ਯੂ ਡੋਂਟ ਹੈਵ ਟੂ ਗੋ ਥਰੂ ਆਲ ਦਿਸ ਬੁਲਸ਼ਿਟ ਔਰ ਅੱਜ ਮੈਂ ਬੜੇ ਮਾਣ ਨਾਲ ਗੱਲ ਦੱਸ ਰਿਹਾ ਆਮ ਐਕਚੁਅਲੀ ਲਿਟਲ ਇਮੋਸ਼ਨਲ ਐਜ਼ ਵੈਲ ਮੈਂ ਪਾਪਾ ਨੂੰ ਕਿਹਾ ਮੈਂ ਕਿ ਡੈਡ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਮੈਨੂੰ ਸਰਦੂਲ ਸਿਕੰਦਰ ਦੇ ਮੁੰਡੇ 'ਚੋਂ ਬਾਹਰ ਆ ਲੈਣ ਦਿਓ ਕੁਛ ਆਪਣਾ ਵੀ ਕਰ ਲੈਣ ਦਿਓ ਡੈਡ ਸਟਾਰਟਡ ਕ੍ਰਾਈਂਗ ਔਨ ਫੋਨ ਗॉट ਇਮੋਸ਼ਨਲ ਵਾਸ ਪ੍ਰਾਊਡ ਆਫ ਮੀ ਫॉर ਦਿਸ ਫੋਨ ਕੱਟਿਆ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ
ਤੇ 1 ਸਾਲ 1.5 ਸਾਲ ਦੀ ਮੇਰੀ ਡਿਗਰੀ ਚੱਲੀ ਕਿਉਂਕਿ ਮੈਂ ਸਮਰ ਵੇਕੇਸ਼ਨ ਸਕਿਪ ਕਰਕੇ ਸੀ ਪੁੱਸ ਪੈ ਗਿਆ ਸੀ ਦਿਮਾਗ 'ਚ ਕਿ ਮੈਨੂੰ ਕਿਸੇ ਨੇ ਇਹ ਗੱਲ ਕਹੀ ਆਈ ਫਾਊਂਡ ਸਮਬਡੀ ਬੈਟਰ ਦੈਨ ਯੂ, ਤੇ ਮੈਂ ਪ੍ਰੂਵ ਕਰਨਾ ਆਪਣੇ ਆਪ ਨੂੰ ਕਿ ਯਾਰ ਮੇਰੇ 'ਚ ਕੁਝ ਹੈ। ਪਹਿਲੇ ਸਮੈਸਟਰ 'ਚ 60 ਬੱਚੇ 60, ਦੂਜੇ ਸਮੈਸਟਰ 'ਚ ਸਿਰਫ 17 ਬੱਚੇ, ਔਰ ਲਾਸਟ ਸਮੈਸਟਰ ਤੱਕ ਜਦੋਂ ਅਸੀਂ ਦੇਖਦੇ ਸੀ ਇੱਕ ਦੂਸਰੇ 'ਚ ਅਸੀਂ ਸਿਰਫ 6 ਬੱਚੇ ਰਹਿ ਗਏ ਸੀ ਕਲਾਸ 'ਚ, ਕਿਉਂਕਿ ਇਟ ਵਾਸ ਸੱਚ ਅ ਟਫ ਕੋਰਸ। ਆਈ ਐਮ ਸ਼ੋਰ ਤੁਸੀਂ ਰਿਲੇਟ ਕਰ ਸਕਦੇ ਹੋ, ਆਡੀਓ ਵਿਜ਼ੂਅਲ ਕੋਈ ਬਹੁਤ ਜ਼ਿਆਦਾ ਈਜ਼ੀ ਟਾਸਕ ਨਹੀਂ ਹੈ, ਜਿਹਨੂੰ ਆਉਂਦੀ ਹੈ ਉਹਨੂੰ ਹੀ ਆਉਂਦੀ ਹੈ, ਜਿਹਨੂੰ ਨਹੀਂ ਆਉਂਦੀ ਉਹਨੂੰ ਨਹੀਂ ਆਉਂਦੀ, ਕਿਉਂਕਿ ਆਮ ਸ਼ੋਰ ਯੂ ਕੈਨ ਰਿਲੇਟ ਵਿਦ ਦਿਸ ਟੂ। ਤੇ ਪੜ੍ਹਦੇ 6 ਬੱਚੇ ਰਹਿ ਗਏ ਲਾਸਟ ਸਮੈਸਟਰ 'ਚ, 6 ਚੋਂ 4 ਕਲਾਸ ਲਾਉਣ ਆਉਂਦੇ ਸੀ, 4 ਚੋਂ 3 ਗ੍ਰੈਜੂਏਟ ਹੋਏ, ਔਰ 3 ਵਿੱਚ ਤੁਹਾਡਾ ਆਪਣਾ ਅਲਾਪ ਸਿਕੰਦਰ। ਐਂਡ ਥੈਂਕ ਯੂ ਸੋ ਮਚ। ਸੋ ਗ੍ਰੈਜੂਏਟ ਹੋਇਆ, ਉੱਥੇ ਮੰਮਾ ਨੇ ਟੱਚਵੁੱਡ ਮਮ ਡੈਡ ਨੇ ਆਪਣੀ ਪ੍ਰਾਪਰਟੀ ਲਈ ਮੈਨੂੰ ਗੱਡੀ ਲੈ ਕੇ ਦੇਤੀ ਖੁਸ਼ੀ 'ਚ, ਔਰ ਸਾਲ ਵਿਹਲਾ ਸੀਗਾ, ਸਾਲ ਖੰਡ ਮੈਂ ਸੋਚਿਆ ਵੀ ਹੁਣ ਕੀ ਕਰੀਏ। ਦੈਨ ਕੁਕਿੰਗ ਦਾ ਸ਼ੌਕ ਸੀਗਾ ਇਮੀਡੀਏਟਲੀ ਆਫਟਰ ਮੈਨੂੰ ਮਿਊਜ਼ਿਕ, ਆਈ ਵਾਜ਼ ਸੱਚ ਅ ਬਿਗ ਫੂਡੀ, ਆਈ ਵਾਜ਼ ਆਲਵੇਜ਼ ਇੰਟਰਸਟਿਡ ਟੂ ਲਰਨ ਫੂਡ ਬਣਦਾ ਕਿਵੇਂ, ਫੂਡ ਦਾ ਕਲਚਰ ਕੀ, ਇਹਦੀ ਹਿਸਟਰੀ ਕੀ ਹੈ। ਆਈ ਡਿਡ ਮਾਈ ਕਲਨਰੀ ਟ੍ਰੇਨਿੰਗ ਉਸ ਟਾਈਮ ਦੇ ਵਿੱਚ, ਕਲਨਰੀ ਫਿਨਿਸ਼ ਕੀਤੀ ਤੇ ਫਿਰ ਇੱਕ ਜਜ਼ਬਾ ਜਿਹਾ ਆ ਗਿਆ ਯਾਰ ਕੈਨੇਡਾ ਦੇ ਵਿੱਚ ਤਾਂ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਪਈ ਹੈ, ਆਲ ਯੂ ਹੈਵ ਟੂ ਡੂ ਇਜ਼ ਜਸਟ ਆਪਟ ਫॉर ਇਟ। ਔਰ ਖੁਸ਼ੀ ਇਸ ਗੱਲ ਦੀ ਸੀਗੀ ਕਿ ਐਕਸਪੋਜ਼ਰ ਇੰਨਾ ਮਿਲ ਚੁੱਕਿਆ ਸੀ, ਹੁਣ ਡਰ ਨਹੀਂ ਸੀਗਾ ਮਾਂ-ਬਾਪ ਤੋਂ ਪੁੱਛਣਾ ਇਹ ਕਰਨਾ ਉਹ ਕਰਨਾ, ਕਿਉਂਕਿ ਜਦੋਂ ਮੈਨੂੰ ਮੇਰੇ ਮਾਂ-ਬਾਪ ਨੇ ਉਹ ਖੁੱਲੀ ਛੁੱਟ ਦੇਤੀ, ਮੈਨੂੰ ਇੱਕ ਇੰਡੀਵਿਜੂਅਲਿਸਟਿਕ ਲਾਈਫ ਜੀਣ ਦਾ ਚਾਹ ਹੋ ਗਿਆ ਸੀ। ਆਈ ਵਾਜ਼ ਨੋ ਲੌਂਗਰ ਸਰਦੂਲ ਸਿਕੰਦਰ ਅਮਰਨੂਰੀ ਸਨ, ਆਈ ਵਾਜ਼ ਅਲਾਪ ਸਿਕੰਦਰ ਦੀ ਆਡੀਓ ਇੰਜੀਨੀਅਰ ਐਂਡ ਦ ਮਿਊਜ਼ਿਕ ਪ੍ਰੋਡਿਊਸਰ। ਤੇ ਦੈਨ ਮਾਈ ਕਲਨਰੀ, ਫਿਰ ਉਸ ਤੋਂ ਬਾਅਦ ਇੱਦਾਂ ਦੇ ਸ਼ੌਕ ਜਿਹੜੇ ਸੀਗੇ ਉਹ ਵੀ ਪੁਗਾਏ। ਡਿਡ ਮਾਈ ਫਲਾਈਂਗ ਸਕੂਲ, ਆਈ ਡਿਡ ਮਾਈ PPL, ਉਸ ਤੋਂ ਬਾਅਦ ਆਈ ਡਿਡ ਮਾਈ ਜੈਂਡਰ ਸਟੱਡੀਜ਼, ਆਈ ਡਿਡ ਮਾਈ ਫੋਟੋਗ੍ਰਾਫੀ, ਬਹੁਤ ਕੁਝ ਕੀਤਾ, ਬਹੁਤ ਪੰਗੇ ਕੀਤੇ, ਅੱਛੀਆਂ ਜੌਬਸ ਆਫਰ ਹੋਈਆਂ। ਆਈ ਐਮ ਸ਼ੋਰ ਤੁਸੀਂ ਸਾਰੇ ਜਣੇ ਰੂਮ 'ਚ ਬੈਠੇ ਹੋ, ਆਮ ਸ਼ੋਰ ਯੂ ਨੋ ਹੂ ਡਰੇਕ ਇਜ਼ ਐਂਡ ਜਸਟਨ ਬੀਬਰ ਇਜ਼ ਐਂਡ ਨੈਲੀ ਫੁਰਟਾਡੋ ਇਜ਼। ਤੁਹਾਡੇ ਸਾਹਮਣੇ ਇੱਕ ਪਹਿਲਾ ਪੰਜਾਬੀ ਬੈਠਾ, ਆਈ ਹੋਪ ਨਾਟ ਆਖਰੀ, ਬਟ ਪਹਿਲਾ ਪੰਜਾਬੀ ਬੈਠਾ ਹੂ ਇਜ਼ ਐਕਚੁਅਲੀ ਐਨ ਇੰਟਰਨ ਆਫ ਡਰੇਕਸ ਫॉर 3 months, ਔਰ ਥੈਂਕ ਯੂ ਸੋ ਮਚ। ਐਂਡ if you're reading this is too late. Album was actually made right in front of my eyes. Recorded Shawn Mendes' handwritten. ਉਹਦੀ ਪਹਿਲੀ ਐਲਬਮ ਐਜ਼ ਐਨ ਇੰਜੀਨੀਅਰ ਰਿਕਾਰਡ ਕੀਤੀ। ਨਹੀਂ ਆਈਡੀਆ ਸੀਗਾ ਕਿ ਐਡੇ ਵੱਡੇ ਪਲੇਟਫਾਰਮ ਤੇ ਮੈਨੂੰ ਮੇਰੇ ਪੇਰੈਂਟਸ ਨੇ ਭੇਜਿਆ ਔਰ ਇੰਨਾ ਜ਼ਿਆਦਾ ਐਕਸਪੋਜ਼ਰ ਮਿਲ ਰਿਹਾ। ਗਰਾਊਂਡ ਲੈਵਲ ਤੋਂ ਸ਼ੁਰੂ ਕਰ ਰਿਹਾ ਸੀਗਾ, ਇਸ ਕਰਕੇ ਚਾਹ ਬਹੁਤ ਸੀਗਾ ਪਰ ਅਹਿਸਾਸ ਨਹੀਂ ਸੀਗਾ ਕਿ ਕਿੰਨੀਆਂ ਵੱਡੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਯੂ ਨੋ ਦ ਟ੍ਰੈਜੇਡੀ ਸਟ੍ਰਾਈਕਸ ਇਨ ਮਾਈ ਡੈਡਸ ਕਿਡਨੀ ਫੇਲ ਹੋਈ ਤੇ ਮੈਨੂੰ ਨਹੀਂ ਦੱਸਿਆ ਡੈਡ ਨੇ, ਮੈਂ ਠੀਕ ਨਹੀਂ ਗਾ ਬੇਟਾ, ਮੇਰਾ ਕ੍ਰਿਟਨਾਈਨ ਲੈਵਲ ਠੀਕ ਹੈ। ਮੈਂ ਪੁੱਛਦਾ ਰਹਿੰਦਾ ਸੀਗਾ, ਭਣਕ ਨਹੀਂ ਲੱਗਣ ਦਿੱਤੀ ਕਿ ਮੈਂ ਠੀਕ ਨਹੀਂ ਗਾ। ਇੱਕ ਦਿਨ ਕੀ ਹੋਇਆ, ਮੇਰੇ ਮਾਮਾ ਜੀ ਦਾ ਮੈਨੂੰ ਕਾਲ ਆ ਰਿਹਾ, ਬੇਟਾ ਤੁਸੀਂ ਕੀ ਕਰ ਰਹੇ ਹੋ ਕੈਨੇਡਾ ਦੇ ਵਿੱਚ ਬੈਠੇ, ਯੂਰ ਫਾਦਰ ਇਜ਼ ਐਡਮਿਟਡ ਟੂ ਅ ਹਸਪੀਟਲ। ਆਈ ਐਮ ਜਸਟ ਲਾਈਕ ਸ਼ੇਕਿੰਗ ਰਾਈਟ ਦੇਅਰ ਕਿ ਯਾਰ ਮੈਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਇਸ ਚੀਜ਼ ਬਾਰੇ। ਆਈ ਕਾਲਡ ਮॉम ਲਾਈਕ ਦਿਸ ਇਜ਼ ਨਾਟ ਟਰੂ। ਮੈਂ ਕਿਹਾ ਮॉम ਇਟ ਇਜ਼। ਮਾਮਾ ਜੀ ਕਾਲਡ ਸਪੈਸੀਫਿਕਲੀ ਫॉर ਦਿਸ, ਬੁੱਕ ਦ ਫਲਾਈਟ ਦੈਟ ਵੈਰੀ ਨਾਈਟ, ਲੈਫਟ ਐਵਰੀਥਿੰਗ। ਮੇਰਾ ਆਪਣਾ ਮਿਊਜ਼ਿਕ ਸਕੂਲ ਸੀਗਾ ਉੱਥੇ, ਆਪਣੀ ਅਕੈਡਮੀ ਖੋਲ੍ਹ ਲਈ ਸੀਗੀ ਉੱਥੇ ਸਰਦੂਲ ਸਿਕੰਦਰ, ਸਾਗਰ ਸਿਕੰਦਰ ਅਕੈਡਮੀ ਦੇ ਨਾਮ ਤੇ। ਸੋ ਆਈ ਗੈਸ ਯੂ ਆਲ ਨੋ ਡੈਡ ਦੀ ਜਦੋਂ ਕਿਡਨੀ ਫੇਲ ਹੋਈ, ਓਬਵੀਅਸਲੀ ਸੱਚਾ ਇਸ਼ਕ ਮੇਰੀ ਮਾਂ ਦਾ, ਕਹਿੰਦੇ ਜੋ ਮਰਜ਼ੀ ਹੋ ਜਾਵੇ ਕਿਡਨੀ ਤਾਂ ਮੈਂ ਹੀ ਦਊਂਗੀ। ਐਂਡ ਓਬਵੀਅਸਲੀ ਮॉम ਡਿਡ ਡੋਨੇਟ ਹਰ ਕਿਡਨੀ ਟੂ ਡੈਡ ਐਂਡ ਆਫਟਰ ਦੈਟ ਡੈਡ ਡਿਡ ਸਰਵਾਈਵ ਫॉर 5 years ਵਿਦ ਹੈਲਥੀ ਐਂਡ ਹੈਪੀ ਲਾਈਫ। ਐਂਡ ਉਹਨਾਂ 5 ਸਾਲਾਂ ਦੇ ਵਿੱਚ ਜਿੰਨੇ ਸੁਪਨੇ ਸੋਚੇ ਸੀਗੇ, ਆਡੀਓ ਇੰਜੀਨੀਅਰ ਬਣ ਗਿਆ, ਮਿਊਜ਼ਿਕ ਪ੍ਰੋਡਿਊਸਰ ਬਣ ਗਿਆ, ਗਾਣੇ ਪਏ ਆ, ਇਹ ਵੀ ਕਰਾਂਗੇ ਉਹ ਵੀ ਕਰਾਂਗੇ, ਉਹ ਸਾਰੇ ਸੁਪਨੇ ਨਾ ਹੌਲੀ ਹੌਲੀ ਡਿਟੀਰੀਏਟ ਹੁੰਦੇ ਰਹੇ। ਕਿਉਂਕਿ ਸਟਰਗਲਸ ਬਹੁਤ ਐਸੇ ਆਉਂਦੇ ਜ਼ਿੰਦਗੀ ਦੇ ਵਿੱਚ ਕਿ ਤੁਹਾਨੂੰ ਬਹੁਤ ਕੁਝ ਸੋਚ ਕੇ ਚੱਲਣਾ ਪੈਂਦਾ। ਇੱਕ ਡਬਲ ਫੇਸਡ ਜ਼ਿੰਦਗੀ ਜੀਣੀ ਪੈਂਦੀ ਹੈ ਇੱਕ ਸੈਲੀਬ੍ਰਿਟੀ ਬੱਚੇ ਨੂੰ, ਉਹਨੂੰ ਬਾਹਰ ਖੁਸ਼ ਰਹਿਣਾ ਪੈਂਦਾ ਹੈ, ਬਾਹਰ ਲੋਕਾਂ ਦੇ ਸਾਹਮਣੇ ਹਾਈਪਡ ਅਪ ਰਹਿਣਾ ਪੈਂਦਾ ਕਿ ਨਹੀਂ ਦਿਸ ਇਜ਼ ਆਰ ਲਾਈਫ, ਆਪਟਿਮਿਜ਼ਮ ਪੋਜ਼ਿਟਿਵਿਟੀ ਸ਼ੋਅ ਕਰਨੀ ਪੈਂਦੀ ਹੈ। ਅੰਦਰੋਂ ਚਾਹੇ ਜਿੰਨਾ ਮਰਜ਼ੀ ਟੁੱਟਿਆ ਹੋਵੇ, ਇਕੱਲੇ ਸੈਲੀਬ੍ਰਿਟੀ ਕਿਡਸ ਨਹੀਂ, ਹਰ ਇੱਕ ਇਨਸਾਨ ਅੱਜ ਕੱਲ੍ਹ ਇੱਦਾਂ ਹੀ ਜੀ ਰਿਹਾ। ਬਿਕਾਜ਼ ਟਰਸਟ ਮੀ ਆਈ ਐਮ ਨੋ ਡਿਫਰੈਂਟ ਦੈਨ ਯੂ, ਮੈਂ ਵੀ ਉਨਾ ਹੀ ਇਨਸਾਨ ਹਾਂ। ਮੈਂ ਕੋਈ ਸੋਨੇ ਦੀ ਬਣੀ ਰੋਟੀ ਨਹੀਂ ਖਾਂਦਾ ਹੈਗਾ, ਕੋਈ ਚਾਂਦੀ ਦੀ ਬਣੀ ਤੜਕੇ ਨਹੀਂ ਲਾਉਂਦੇ ਸਾਡੇ ਦਾਲ ਨੂੰ ਘਰੇ। ਆਈ ਐਮ ਐਜ਼ ਹਿਊਮਨ ਐਜ਼ ਯੂ ਗਾਈਜ਼ ਆਰ। ਸੋ ਸਾਡੀਆਂ ਵੀ ਉਹੀ ਸੇਮ ਟ੍ਰੈਜਡੀਜ਼, ਸਾਡੇ ਵੀ ਉਹੀ ਸੇਮ ਧੱਕੇ, ਬਟ ਇੰਨੀ ਕੁ ਬਲੈਸਿੰਗ ਜ਼ਰੂਰ ਮਿਲੀ। ਵੱਡੇ ਉਸਤਾਦਾਂ ਨਾਲ ਵੀ ਬੈਠਿਆ, ਵੱਡੇ ਆਰਟਿਸਟਸ ਨੂੰ ਜਿਹੜੇ ਮੇਰੇ ਜਨਰ ਔਰ ਮੇਰੀ ਲੈਂਗੁਏਜ ਤੋਂ ਪਰੇ ਸੀਗੇ, ਉਹਨਾਂ ਨੂੰ ਵੀ ਰਿਕਾਰਡ ਕੀਤਾ, ਉਹਨਾਂ ਤੋਂ ਸਿੱਖਿਆ। ਜੈਂਡਰ ਸਟੱਡੀਜ਼ ਕਰਨ ਤੋਂ ਬਾਅਦ ਥੈਂਕਸ ਟੂ ਜੱਸੀ I became a very big LGBTQ supporter. I'm please give a big round of applause for the LGBTQ community, ਕਿਉਂਕਿ ਉਹਨਾਂ ਦੀ ਸਪੋਰਟ ਹਜੇ ਵੀ ਸਾਡੀ ਕੰਟਰੀ ਦੇ ਵਿੱਚ ਲੀਗਲੀ ਔਰ ਜ਼ਿਆਦਾ ਕੋਈ ਮੋਰਲੀ ਔਰ ਸੋਸਾਇਟੀ ਦੇ ਵਿੱਚ ਨਹੀਂ ਕੋਈ ਕਰ ਰਿਹਾ। ਜਿਹੜੇ ਕਰ ਰਹੇ ਨੇ kudos to them, ਐਂਡ ਜਿਹੜੇ ਨਹੀਂ ਕਰ ਰਹੇ I really want you to do this for them. ਹੌਲੀ obviously ਕਰੋਨਾ ਹਿੱਟ, ਜਦੋਂ ਮੇਰੇ ਤੇ ਬ੍ਰਦਰ ਦੇ ਗਾਣੇ ਰੈਡੀ ਸੀ, ਕੰਪਨੀਜ਼ ਰੈਡੀ ਸੀਗੀਆਂ, ਕਰੋਨਾ ਹਿੱਟ ਐਂਡ ਦੈਨ ਵੀ ਕੈਂਸਲਡ ਆ ਪ੍ਰੋਗਰਾਮ।
Eventually I lost, we all lost, the great and the one and only Janab Sardul Sikandar. And obviously can never forget that day in my life. ਕਦੇ ਭੁੱਲ ਨਹੀਂ ਸਕਦਾ. ਮੇਰੀ ਪ੍ਰੋਬਲਮ ਹੈ, ਮੇਰੇ ਕੋਲ ਮੈਨੂੰ ਨਾ ਫੋਟੋਗ੍ਰਾਫਿਕ ਮੈਮਰੀ ਹੈ ਮੇਰੀ, ਤੇ ਮੈਂ ਇੱਕ ਵਾਰੀ ਚੀਜ਼ ਦੇਖ ਲਵਾਂ, ਕੋਈ ਚੀਜ਼ ਦੀ ਫੋਟੋ ਖਿੱਚੀ ਜਾਂਦੀ ਹੈ ਉਹਦੀ ਮੇਰੇ ਦਿਮਾਗ 'ਚ, ਸੋ ਐਗਜ਼ੈਕਟ ਸੇਮ ਫੌਂਟ, ਐਗਜ਼ੈਕਟ ਸੇਮ ਸਾਈਜ਼, ਐਗਜ਼ੈਕਟ ਸੇਮ ਆਰਡਰ ਯਾਦ ਰਹਿੰਦਾ ਮੈਨੂੰ ਚੀਜ਼ ਦਾ. ਸੋ ਐਦਾਂ ਹੀ ਪਾਪਾ ਦੀ ਡੈਥ ਦਾ ਕੱਲਾ ਕੱਲਾ ਸੀਨ ਮੇਰੇ ਦਿਮਾਗ 'ਚ ਹਲੇ ਵੀ ਸਟਕ ਆ. ਔਰ ਸਾਡੇ ਵੀ ਦੁੱਖ ਉਨੇ ਹੀ ਜ਼ਿਆਦਾ ਡੀਪ ਹੁੰਦੇ ਨੇ ਜਿੰਨੇ ਬਾਕੀ ਲੋਕਾਂ ਦੇ ਹੁੰਦੇ ਨੇ. ਸਾਡੀਆਂ ਵੀ ਸਗੋਂ ਸਾਨੂੰ ਜ਼ਿਆਦਾ ਆਪਣੇ ਆਪ ਨੂੰ ਇਕੱਠਾ ਕਰਕੇ ਰੱਖਣਾ ਪੈਂਦਾ, ਬਿਕਾਜ਼ ਅਸੀਂ ਖੇਲਰ ਨਹੀਂ ਸਕਦੇ, ਕਿਉਂਕਿ ਇੱਕ ਇਮੇਜ ਬਣੀ ਹੋਈ ਹੈ. 30 ਸਾਲ ਤੋਂ 40 ਸਾਲ ਤੋਂ ਮੇਰੇ ਪੇਰੈਂਟਸ ਨੇ ਮਿਹਨਤ ਕਰਕੇ ਉਸ ਚੀਜ਼ ਨੂੰ ਇੱਕ ਮੁਕਾਮ ਦਿੱਤਾ, ਤੇ ਜੇ ਮੈਂ ਦੋ ਕੁ ਮਿਸਟੇਕਸ ਕਰਕੇ ਉਸ ਚੀਜ਼ ਨੂੰ ਉਜਾੜ ਦੇਵਾਂ, ਉਹਨੂੰ ਬਿਖੇਰ ਦੇਵਾਂ, ਲੱਖ ਲਾਹਨਤ ਮੇਰੀ ਜ਼ਿੰਦਗੀ ਤੇ. ਸੋ ਇਹਨਾਂ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਟੋਰ ਕੇ ਰੱਖਣਾ ਪਿਆ. ਤੁਹਾਡੇ ਸਾਹਮਣੇ ਹੁਣ ਵੀ ਹਾਲੇ ਸਾਲ ਨਹੀਂ ਹੋਇਆ ਡੈਡ ਨੂੰ ਗਿਆ ਨੂੰ. ਇਟਸ ਗੋਇੰ ਟੂ ਬੀ ਅ ਈਅਰ in February, 24th of February, it's going to be a full year. But still, I am right in front of you. I'm still talking. I'm still as normal as I'm always. और ਇੱਦਾਂ ਨਹੀਂ ਹੈ ਕਿ ਮੈਂ ਕੁਝ ਜ਼ਿਆਦਾ ਮੈਚਿਓਰ ਹੋ ਗਿਆ ਉਸ ਤੋਂ ਬਾਅਦ, ਜਾਂ ਕਿ ਮੈਂ ਜ਼ਿਆਦਾ ਹੀ ਫ੍ਰੀ ਹੋ ਗਿਆ ਉਸ ਤੋਂ ਬਾਅਦ, ਕਿਉਂਕਿ ਜੂਰਿਸਡਿਕਸ਼ਨ ਨਹੀਂ ਹੈ. ਪਿਓ ਨਹੀਂ ਹੁੰਦਾ ਨਾ ਸਿਰ ਤੇ, ਤਾਂ ਛੱਤ ਚਲੀ ਜਾਂਦੀ ਹੈ. ਜਿਵੇਂ ਛੱਤ ਨਹੀਂ ਤੁਹਾਡੇ ਸਿਰ ਤੇ, ਇੱਦਾਂ ਹੀ ਹੁੰਦਾ. ਤੇ ਇਹ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕਰਨ ਤੋਂ ਬਾਅਦ ਮੈਂ ਤਾਂ ਸਿਰਫ ਇਹੀ ਰਿਕੁਐਸਟ ਕਰਨ ਆਇਆ ਜਿੱਥੇ, ਕਿ 3 ਕੁ ਬੇਨਤੀਆਂ ਮੇਰੀਆਂ ਤੁਹਾਡੇ ਸਾਰਿਆਂ ਅੱਗੇ. ਇੱਕ ਤਾਂ ਜਿੰਨਾ ਇਹ ਮੈਸੇਜ ਤੁਸੀਂ ਅੱਗੇ ਅਕ੍ਰੋਸ ਸੈਂਡ ਕਰੋਗੇ ਮੇਰੇ ਵਾਸਤੇ ਵਧੀਆ ਹੋਊਗਾ, ਤੁਹਾਡੇ ਸਾਰਿਆਂ ਵਾਸਤੇ ਵਧੀਆ ਹੋਊਗਾ. ਪਲੀਜ਼ ਸਟੀਰੀਓਟਾਈਪਸ ਨੂੰ ਛੱਡੋ. ਸਾਰਿਆਂ ਨੂੰ ਇੱਕ ਗੱਡੇ ਨਾਲ ਰੋੜਿਆ ਕਰੋ. ਜ਼ਰੂਰੀ ਨਹੀਂ ਹੈ ਕਿ ਜੱਸੀ ਸੰਘਾ ਜੇ ਇੱਕ ਪਿੰਡ ਤੋਂ ਆਈ ਹੋਈ ਕੁੜੀ ਹੈ ਤਾਂ ਉਹਨੇ ਗੋਹਾ ਕੂੜਾ ਹੀ ਕਰਨਾ, ਉਹਨੇ ਪਾਥੀਆਂ ਹੀ ਪੱਥਣੀਆਂ. ਜ਼ਰੂਰੀ ਨਹੀਂ ਹੈ ਜੇ ਸ਼ਿਵਾਨੀ ਤੋਲੀ ਇਜ਼ ਅ ਪਲੱਸ ਸਾਈਜ਼ ਮਾਡਲ, ਇਫ ਸ਼ੀ ਹੈਜ਼ ਦੈਟ ਸ਼ੇਪ ਐਂਡ ਸਾਈਜ਼, that doesn't mean she is uncomfortable with her body, ਹੈ ਨਾ. ਜੇ ਪ੍ਰਭਜੋਤ ਮੈਮ ਨੇ ਗ੍ਰੇਨਸ ਦਾ ਬਿਜ਼ਨਸ ਸ਼ੁਰੂ ਕੀਤਾ, ਗ੍ਰੇਨਸ ਦਾ ਬਿਜ਼ਨਸ ਸ਼ੁਰੂ ਕੀਤਾ ਅਦਰ ਦੈਨ ਵੀਟ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੋਈ ਸ਼ੌਕ ਸੀਗਾ, ਮਜਬੂਰੀ ਸੀਗੀ. ਹੁਣ ਤੋਤਾ ਸਰ ਨੂੰ ਜੇ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਹਿੰਦੀ ਪੜ੍ਹਨੀ ਨਹੀਂ ਆਉਂਦੀ, ਇਹਦਾ ਮਤਲਬ ਇਹ ਨਹੀਂ ਹੈ ਕਿ ਹੀ ਇਜ਼ ਨਾਟ ਦ ਕਾਈਂਡ ਆਫ ਪਰਸਨ ਜੋ ਹਾਈ ਕਲਾਸ ਲੋਕਾਂ 'ਚ ਨਹੀਂ ਬੈਠ ਸਕਦਾ. ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ. ਸਟੀਰੀਓਟਾਈਪਸ ਦਾ ਕੋਈ ਮਤਲਬ ਨਹੀਂ ਹੈ. ਨੈਵਰ ਜੱਜ ਅ ਬੁੱਕ ਆਬਵੀਅਸਲੀ ਬਾਈ ਇਟਸ ਕਵਰ. ਔਰ ਸਭ ਤੋਂ ਪਹਿਲੀ ਮੇਰੀ ਇਹ ਰਿਕੁਐਸਟ ਹੈ ਕਿ ਪਲੀਜ਼ ਸਟੀਰੀਓਟਾਈਪਸ ਤੋਂ ਮੂਵ ਔਨ ਕਰੋ. ਹੁਣ ਆਪਾਂ ਬਹੁਤ ਅਗਲੇ ਜ਼ਮਾਨੇ 'ਚ ਆ ਚੁੱਕੇ ਹਾਂ. ਦੂਸਰੀ ਚੀਜ਼ ਮੇਰੀ ਇਹ ਰਿਕੁਐਸਟ ਹੈ ਕਿ ਮੈਂ ਤੇ ਮੇਰਾ ਬ੍ਰਦਰ ਬਹੁਤ ਜਲਦੀ ਬਹੁਤ ਅੱਛੇ ਗਾਣੇ ਬਣਾ ਕੇ ਲੈ ਕੇ ਆ ਰਹੇ ਹਾਂ ਤੁਹਾਡੇ ਸਾਰਿਆਂ ਅੱਗੇ. ਉਹਨਾਂ ਨੂੰ ਐਕਸੈਪਟੈਂਸ ਦਿਓ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ. ਆਬਵੀਅਸਲੀ ਸਰਦੂਲ ਸਿਕੰਦਰ ਬਣਨਾ ਇਜ਼ ਇੰਪੋਸੀਬਲ. ਮੈਂ ਔਲਾਦ ਹੈ, ਮੈਂ ਉਸ ਇਨਸਾਨ ਦਾ ਖੂਨ ਹਾਂ, ਤੇ ਮੈਂ ਫਿਰ ਤੁਹਾਨੂੰ ਦੱਸ ਰਿਹਾ, ਸਰਦੂਲ ਸਿਕੰਦਰ ਬਣਨਾ ਇਜ਼ ਇੰਪੋਸੀਬਲ. ਔਰ ਮਾਣ ਵਾਲੀ ਗੱਲ ਹੈ ਮੇਰੇ ਵਾਸਤੇ ਕਿ ਮੇਰੇ ਤੋਂ ਐਕਸਪੈਕਟ ਕਰਦੇ ਨੇ ਸਾਰੇ ਜਾਣੇ ਕਿ ਅਸੀਂ ਕੁਝ ਕਰੀਏ. ਮੇਰੇ ਬ੍ਰਦਰ ਤੋਂ ਐਕਸਪੈਕਟ ਕਰਦੇ ਨੇ ਬਹੁਤ ਜਲਦੀ. ਦੇयर इज अ लॉट ऑफ सॉन्ग्स कमिंग. आई वांट टू स्पेसिफिकली नेम बड़े मान नाल माई बेस्ट फ्रेंड JT बीट्स भट्टी, जतिंदर भट्टी. ही इज़ एक्चुअली माई बेस्ट फ्रेंड. और खुशकिस्मती मेरी इन्नी है कि मेरा बेस्ट फ्रेंड वो मेरी सेम फील्ड का. और बहुत जल्दी ਅਸੀਂ ਤੁਹਾਡੇ ਸਾਹਮਣੇ ਬਹੁਤ ਖੂਬਸੂਰਤ ਗਾਣੇ ਲੈ ਕੇ ਆ ਰਹੇ ਹਾਂ, ਬਹੁਤ ਅੱਛੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ. ਥਰਡ ਐਂਡ ਲਾਸਟ ਮੇਰੀ ਇਹੀ ਰਿਕੁਐਸਟ ਹੈ ਕਿ ਲੋਕਾਂ ਦੇ ਸਕਿੱਲ ਤੇ ਜਾਓ ਹਮੇਸ਼ਾ. ਕਦੇ ਵੀ ਕਿਸੇ ਦੀ ਸਟੋਰੀ ਸੁਣ ਕੇ ਜੱਜ ਨਾ ਕਰ ਲਿਓ ਕਿ ਜੇ ਬੰਦੇ ਨੂੰ ਦੁੱਖ ਮਿਲੇ ਸੀ ਇਹਦਾ ਮਤਲਬ ਦਿਸ ਪਰਸਨ ਅਟਰੈਕਟਸ ਪ੍ਰੋਬਲਮਸ. ਸਾਰਿਆਂ ਦੀ ਲਾਈਫ 'ਚ ਪ੍ਰੋਬਲਮਸ ਹੁੰਦੀਆਂ. ਦਿਸ ਇਜ਼ ਨਥਿੰਗ ਨਿਊ. ਪਲੀਜ਼ ਸਕਿੱਲ ਨੂੰ ਜ਼ਰੂਰ ਅਪਰੀਸ਼ੀਏਟ ਕਰਿਓ. ਮੈਨੂੰ ਲੋਕੀ ਐਜ਼ ਅ ਗਿਟਾਰਿਸਟ, as a singer ਜਾਣਦੇ ਆ. nobody knows that I can fly a plane, nobody knows that I can work in professional kitchens, nobody knows that I've done gender studies, I've learned anatomy, I am legally I'm a legal orator for entertainment business industry. और बहुत सारी चीज़ां ऐसियां ने ਜਿਹੜੀ स्किल्स मैं अपने शौक ਲਈ एक्वायर ਕੀਤੀ और बहुत ਸਾਰੀਆਂ ਮਜਬੂਰਨ ਕਰਨੀਆਂ ਪਈਆਂ. as you all know कि ਅਕਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ ਹੈ. ਸੋ ਸਿੰਗਰਾਂ ਦੇ ਬੱਚੇ ਵੀ ਧੱਕੇ ਖਾਂਦੇ ਆ. ਨੈਪੋਟਿਜ਼ਮ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਦੁਨੀਆ 'ਚ. ਪਲੀਜ਼ ਇਹ ਸਟੀਰੀਓਟਾਈਪ ਛੱਡ ਦਿਓ. ਇਕੱਲਾ ਸਾਡੇ ਵਾਸਤੇ ਨਹੀਂ, ਪੂਰੀ ਹਰ ਇੱਕ ਇੰਡਸਟਰੀ ਵਾਸਤੇ, ਹਰ ਇੱਕ ਇਨਸਾਨ ਵਾਸਤੇ. ਔਰ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚੇਗਾ. ਔਰ ਮੈਨੂੰ ਜੱਸੀ ਨੇ ਸਪੈਸ਼ਲ ਕਿਹਾ ਸੀ ਗਾਣਾ ਸੁਣਾਉਣ ਨੂੰ. ਸੋ ਆਮ ਜਸਟ ਗੋਇੰ ਟੂ ਸਿੰਗ ਵਨ ਆਫ ਮਾਈ ਮੋਸਟ ਫੇਵਰਿਟ ਸੌਂਗਸ ਬਾਈ ਡੈਡ. ਆਮ ਸ਼ੋਰ ਯੂ ਗੋਇੰ ਟੂ ਇੰਜੋਏ ਦਿਸ. ਗਲਤੀਆਂ ਗੁਸਤਾਖੀਆਂ ਮਾਫ ਜੀ. ਪਹਿਲਾਂ ਹੀ ਇਜਾਜ਼ਤ ਹੈ ਜੀ ਤੁਹਾਡੀ ਸਾਰਿਆਂ ਦੀ. ਥੈਂਕ ਯੂ ਸੋ ਮਚ. हो जा अखोल हो जानी नाल जश्न मनाल गैरा दे होनी मैं किमें सजावा दूड़िए
ਜੋ ਲੱਤੜ ਗਈ ਵਿੱਚ ਪੈਰਾਂ ਦੇ ਮੇਰੀ ਜਿੰਦ ਗਮਾ ਦੀਆਂ ਜੇਲਾਂ ਵਿੱਚ ਬਣ ਕੈਦਣ ਘਿਰ ਗਈ ਕੀ ਕਰੀਏ ਹਾਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਐਵਰੀਬਾਡੀ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹੋਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ Thank you so much everybody. I hope you enjoyed this. Thank you.